और ताया दी गल किथे रहना तू तेरा पता ही नहीं लगता हुण ਓਏ ਅਮਲੀਆ आ ताया ਤੈਨੂੰ ਕੀ ਦੱਸਾਂ ਯਾਰ ਮੇਰੀ ਸਿਹਤ ਜੀ ਢਿੱਲੀ ਮੱਠੀ ਜਿਹੀ ਰਹੀ ਆ ढिल्ली रही कि ਤੂੰ मट्ठी ਤਾਂ रही ਕੰਜਰਾ ਪਤਾ ਲੈਣ ਵੀ ਨਹੀਂ ਆਇਆ ਮੈਂ ਹਸਪੀਟਲ ਰਹਿ ਕੇ ਆਇਆ 15-16 ਦਿਨ और ताया मैं भी बिजी रहना तेनू पता होना ਬਿਜ਼ੀ ਤੂੰ ਰਹਿਣਾ फिर हॉस्पिटल ਜਦੋਂ ਜਦੋਂ ਲੋੜ ਹੁੰਦੀ ਆ हाँ ਉਦੋਂ ਤਾਂ ਪੈਸੇ ਮੰਗਣ ਨਾ ਜਾਣਾ ਡੋਡੇ ਲੈਣ ਲਈ ਉਹ ਜੇ ਬਿਮਾਰ ਠਮਾਰ ਹੋਣਾ ਫੇਰ ਨਹੀਂ ਪਤਾ ਲੈਂਦਾ और चल कोई नहीं ताया मैं ख्याल रखूंगा उदा पर तू होया गया हॉस्पिटल जाना पै ਉਹ गया ਪਤਾ ਨਹੀਂ ਯਾਰ ਲੰਗ ਇਨਫੈਕਸ਼ਨ ਜੀ ਹੋ ਗਈ ਸੀ ਬਾਕੀ ਠੀਕ ਆ ਹੋਰ ਤੂੰ ਦੱਸ मैं ਕਿੱਦਾਂ ਵੀ ਸਾਰੇ ਠੀਕ ਠਾਕ ਆ ਸਾਰੇ ਠੀਕ ਹੈ ਤੁਹਾਨੂੰ ਫਿਕਰ ਤੁਹਾਡਾ ਹੀ ਸੀਗਾ ਵੀ ਚਲੋ। ਪਤਾ ਨਹੀਂ ਕੀ ਗੱਲ ਹੋ ਗਈ ਚਲੋ ਕੋਈ ਨਹੀਂ ताए ਮੈਂ बिना सच सुनी सुनी लगदी है ताया तेंदर साहब ਮੇਰਾ ਕਿਹੜਾ ਜੀ ਲੱਗਦਾ ਸੀ ਤੁਹਾਡੇ ਤੋਂ ਬਿਨਾਂ ਆਏ ਤਾਂ ਹੈ ਨਾਲੇ ਹੁਣ ਤਾਇਆ ਚਲੋ ਜੀ ਦੀ ਤਾਂ ਗੱਲ ਤਾਂ ਦੱਸਦੀ ਆ ਪਰ ਹੁਣ ਤੈਨੂੰ ਦੱਸਾਂ ਮੈਂ ਬਹੁਤ ਕੁਝ ਬਦਲ ਗਿਆ ਤੇਰੇ ਜਾਣ ਤੋਂ ਬਾਅਦ ਤੈਨੂੰ ਦੱਸਾਂ ਅੱਛਾ ਮੇਰੇ ਜਾਣ ਤੋਂ ਕੀ ਰੈਵੋਲੂਸ਼ਨ ਆ ਗਈ ਵੀ ਉਹ ਰੈਵੂਲੇਸ਼ਨਾਂ ਦਾ ਤਾਂ ਪਤਾ ਨਹੀਂ ਆ ਕੁੜੀਆਂ ਨੇ ਤਰੱਕੀ ਬਹੁਤ ਕਰ ਲਈ ਹੈ ਤੈਨੂੰ ਦੱਸਾਂ ਮੈਂ ਤੂੰ ਗੱਲ ਤਾਂ ਨਹੀਂ ਕਰਦਾ ਕਿਤੇ ਮਰੀਮ ਨਵਾਜ਼ ਦੀ ਲੈ ਤੈਨੂੰ ਤਾਂ ਪਹਿਲੇ ਬਤਾਇਆ ਆਇਆ ਦੱਸ ਨਹੀਂ ਬਹੁਤ ਚੰਗਾ ਜਿਹੜਾ ਮਾਸਟਰ ਆ ਪਾਕਿਸਤਾਨੀ ਪੰਜਾਬ ਦੀ ਪਹਿਲੀ ਮੁੱਖ ਮੰਤਰੀ ਔਰਤ ਬਣੀ ਆ ਮਰੀਮ ਨਵਾਜ਼ ਦੀ ਧੀ ਆ ਨਾ ਇਹ ਹਾਂਜੀ ਸ਼ਰੀਫ ਉਹਦਾ ਅੰਕਲ ਆ ਉਹ ਤਾਂ ਬਣ ਗਿਆ ਹੁਣ ਪ੍ਰਾਈਮ ਮਿਨਿਸਟਰ ਪਾਕਿਸਤਾਨ ਦਾ ਭਤੀਜੀ ਬਣ ਗਈ ਪਾਕਿਸਤਾਨ ਦੀ ਮੁੱਖ ਮੰਤਰੀ ਹੈ ਮੌਜਾਂ ਮੈਂ ਗਿਆ ਔਰਤਾਂ ਤਰੱਕੀ ਕਰੀ ਜਾਂਦੀਆਂ ਕਮਾਲ ਦੀ ਗੱਲ ਆ ਬਿਲਕੁਲ ਤਰੱਕੀ ਤਾਂ ਕੀਤੀ ਆ ਮਰੀਮ ਨਵਾਜ਼ ਸ਼ਰੀਫ ਖਾਸ ਤੌਰ ਤੇ ਜਦੋਂ ਆਪਾਂ ਪਾਕਿਸਤਾਨ ਦੀ ਗੱਲ ਕਰੀਏ ਅੱਜ ਵੀ ਰੂੜੀਵਾਦੀ ਸਮਾਜ ਆ ਆਪਣੇ ਵਾਲਾ ਪਾਸਾ ਥੋੜਾ ਜਿਹਾ ਫੇਰ ਵੀ ਠੀਕ ਹੋ ਗਿਆ ਉੱਥੇ ਅਜੇ ਫੇਰ ਵੀ ਥੋੜਾ ਜਿਹਾ ਹੈਗਾ ਤੇ ਇਹ ਪਹਿਲਾਂ ਕਿਹਾ ਜਾਂਦਾ ਹੈ ਵੀ ਨਵਾਜ਼ ਸ਼ਰੀਫ ਸ਼ਾਇਦ ਆਪੇ ਹੀ ਅੱਗੇ ਰਹਿਣਗੇ ਮੁੰਡਿਆਂ ਨੂੰ ਹੀ ਮੋਹਰੇ ਕਰੂੰਗਾ ਜਦੋਂ ਬੇਦਖਲੀ ਇਹਨੂੰ ਕਰ ਦਿੱਤੀ ਜਦੋਂ ਪਰਵੇਜ਼ ਮੁਸ਼ਰਫ ਹੁੰਦਾ ਸੀ ਉਦੋਂ ਤਾਂ ਇਹਨੂੰ ਮਿਲਟਰੀ ਵਾਲਾ ਹਾਂਜੀ ਸਾਊਦੀ ਅਰਬ ਦੇ ਨਾਲ ਸਮਝੌਤਾ ਹੋਇਆ ਸੀ ਕਿ ਇਹਨੂੰ ਉੱਧਰ ਰੱਖਿਆ ਜਾਊਗਾ ਵੀ ਇੱਥੇ ਦੇਸ਼ ਨਿਕਾਲਾ ਦੇ ਦਿੱਤਾ ਉਦੋਂ ਮਰੀਮ ਜਿਹੜਾ ਬਹੁਤ ਵਧੀਆ ਇਹਨੇ ਰੋਲ ਪਲੇ ਕੀਤਾ ਤੇ ਸਿਆਸਤ ਵਿੱਚ ਵੀ ਆਈ ਆ ਪਰ ਕੁਝ ਵਿਵਾਦ ਵੀ ਇਹਦੇ ਨਾਲ ਰਹੇ ਆ ਵਿਵਾਦ ਵੀ ਪਨਾਮਾ ਜਦੋਂ ਪੇਪਰ ਲੀਕ ਹੋਇਆ ਤੁਹਾਨੂੰ ਤਾਂ ਯਾਦ ਹੋਣਾ ਬੜਾ ਰੌਲਾ ਪਿਆ ਸੀ ਵੀ ਉਹਦੇ ਵਿੱਚ ਇਹ ਕਿਹਾ ਗਿਆ ਵੀ ਬੇਨਾਮੀ ਜਾਇਦਾਦ ਬਹੁਤ ਆ ਸ਼ਰੀਫ ਦੀ ਜਿਹੜਾ ਇਮਰਾਨ ਖਾਨ ਰੌਲਾ ਪਾਉਂਦਾ ਸੀ ਵੀ ਇਹਨਾਂ ਨੇ ਦੇਸ਼ ਲੁੱਟ ਕੇ ਖਾ ਲਿਆ ਪਰ ਇਹ ਸਦਕੇ ਜਾਈਏ ਵੀ ਪਾਕਿਸਤਾਨੀਆਂ ਦੇ ਪਰਿਵਾਰਵਾਦ ਤੋਂ ਅੱਜ ਵੀ ਮੁਕਤ ਨਹੀਂ ਹੋ ਪਾਏ ਦੋ ਹੀ ਪਰਿਵਾਰ ਆ ਰਾਜ ਅੱਜ ਵੀ ਕਰਦੇ ਆ ਇੱਕ ਜੇ ਇਮਰਾਨ ਖਾਨ ਨੂੰ ਛੱਡ ਦਈਏ ਇਮਰਾਨ ਖਾਨ ਥੋੜੀ ਉਮੀਦ ਲੱਗਦੀ ਸੀ ਪਾਕਿਸਤਾਨੀਆਂ ਨੂੰ ਪਰ ਐਤਕੀ ਜਿਸ ਤਰੀਕੇ ਨਾਲ ਧੱਕਾ ਕੀਤਾ ਗਿਆ ਉਧਰੋਂ ਬੇਨਜ਼ੀਰ ਭੁੱਟੋ ਦਾ ਇੱਕ ਪਰਿਵਾਰ ਆ ਤੇ ਇੱਕ ਹੈਗਾ ਪਰਿਵਾਰ ਇਹਨਾਂ ਦਾ ਨਵਾਜ਼ ਸ਼ਰੀਫ ਦਾ ਮਾਸਟਰ ਗੱਲ ਇਦਾਂ ਆ ਜਦੋਂ ਇਮਰਾਨ ਖਾਨ ਆਇਆ ਸੀ ਨਾ ਉਹਨੂੰ ਮਿਲਟਰੀ ਲੈ ਕੇ ਆਈ ਸੀ ਹਾਂਜੀ ਤੇ ਜਦੋਂ ਇਮਰਾਨ ਖਾਨ ਨੂੰ ਕੱਢਿਆ ਉਹ ਵੀ ਮਿਲਟਰੀ ਨੇ ਤਾਂ ਹੁਣ ਨਵਾਜ਼ ਸ਼ਰੀਫ ਨੂੰ ਵੀ ਮਿਲਟਰੀ ਨੇ ਕੱਢਿਆ ਸੀ ਹਾਂਜੀ ਹੁਣ ਲੈ ਕੇ ਵੀ ਉਹ ਨਹੀਂ ਆਉਂਦਾ ਕਹਿਣ ਦਾ ਭਾਵ ਆ ਜੋ ਕੁਝ ਵੀ ਹੁੰਦਾ ਉੱਥੇ ਦੀ ਮਿਲਟਰੀ ਕਰਦੀ ਆ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਉਹਨੂੰ ਲੈ ਆਉਂਦੇ ਜਿਹੜਾ ਮੰਦਾ ਲੱਗਦਾ ਉਹਨੂੰ ਬਾਹਰ ਕੱਢ ਦਿੰਦੇ ਆ ਹੁਣ ਤੈਨੂੰ ਯਾਦ ਹੋਣਾ ਕਿ ਪਾਕਿਸਤਾਨ ਦਾ ਜਿਹੜਾ ਰਾਵਲਪਿੰਡੀ ਦਾ ਚੋਣ ਕਮਿਸ਼ਨਰ ਸੀ ਹਾਂਜੀ ਉਹਨੇ ਬਿਆਨ ਦਿੱਤਾ ਅੱਛਾ ਕਿ ਬਹੁਤ ਸਾਰੇ ਇੰਡੀਪੈਂਡੈਂਟ ਜਿੱਤ ਰਹੇ ਸੀ ਇਮਰਾਨ ਖਾਨ ਦੀ ਪਾਰਟੀ ਜਿੱਤ ਰਹੀ ਸੀ ਬਹੁਤੇ 70 80 ਹਜ਼ਾਰ ਦੀ ਮਾਰਜਨ ਤੇ ਜਿੱਤ ਰਹੇ ਸੀ ਪਰ ਉਹਨਾਂ ਨੂੰ ਰਲ ਮਿਲ ਕੇ ਬਾਅਦ ਚ ਹਰਾਇਆ ਗਿਆ ਉਹ ਕਹਿੰਦਾ ਇਹਰਾ ਫਿਰ ਹੋਈ ਆ ਉੱਥੇ ਹਾਂ ਬਿਲਕੁਲ ਕੋਈ ਹੁਣ ਤੇ ਇਸ ਗੱਲ ਦਾ ਗਿਆ ਵੀ ਮੈਨੂੰ ਫਾਂਸੀ ਦੇ ਦੇਣੀ ਚਾਹੀਦੀ ਉੱਠ ਖੜੇ ਕਰਕੇ ਮੈਂ ਗਲਤੀ ਕੀਤੀ ਆ ਮੇਰੇ ਕੋਲ ਕਰਵਾਈ ਗਈ ਆ ਮੈਂ ਗੁਨਾਹਗਾਰ ਆ ਲੋਕਾਂ ਦਾ ਹਾਂ ਤੇ ਹੁਣ ਆਪਣੇ ਹਿੰਦੁਸਤਾਨ ਦੇ ਵਿੱਚ ਰੌਲਾ ਇਹ ਪੈ ਰਿਹਾ ਕਿ ਜਿਹੜੇ EMI ਮਸ਼ੀਨਾਂ ਜਾਂ ਕੀ ਸਾਦੇ ਉਹਨਾਂ ਨੂੰ EVM ਹਾਂਜੀ ਉਹ ਨਾ ਰੱਖੋ ਕੁਝ ਹੇਰਾ ਫੇਰੀ ਹੁੰਦੀ ਆ ਹੁਣ ਉਹ ਮਜ਼ਾਰਾ ਜਬ ਕੀਤਾ ਉਹਨਾਂ ਲੋਕਾਂ ਨੇ ਕੁਝ ਲੋਕਾਂ ਨੇ ਉਹਦੇ ਦਿਵਾਲੀ ਪੁਲਿਸ ਹੋਈ ਆ ਮੰਨਦੇ ਨਹੀਂ ਬਿਲਕੁਲ ਚੰਡੀਗੜ੍ਹ ਦੀ ਚੋਣ ਨੇ ਵੀ ਸ਼ੋਅ ਕਰ ਦਿੱਤਾ ਹੇਰਾ ਫੇਰੀ ਹੁੰਦੀਆਂ ਹੇਰਾ ਫੇਰੀਆਂ ਦਾ ਤਾਂ ਆਇਆ ਬਹੁਤ ਆ ਪਰ ਚਲੋ ਪਾਕਿਸਤਾਨ ਦੇ ਆਪਾਂ ਦੇਖਦੇ ਆ ਵੀ ਹਾਲਾਤ ਜੇ ਸੁਧਰਨਗੇ ਵੀ ਇਹਨਾਂ ਫਰਕ ਵੀ ਕੋਈ ਪਾਉ ਪਰ ਦੂਜੇ ਪਾਸੇ ਚਲੋ ਇਹ ਤਾਂ ਪੋਲੀਟੀਕਲ ਲਾਈਫ ਹੋ ਗਈ ਮਾਸਟਰ ਹੁਣ ਮੈਂ ਉਹ ਖਬਰ ਪੜ੍ਹਦਾ ਸੀ YouTube ਦੇ ਉੱਤੇ ਕਿ ਇੱਕ ਕੋਈ ਵਿਚਾਰੀ ਕੁੜੀ ਆਈ ਪਾਕਿਸਤਾਨ ਦੇ ਵਿੱਚ ਉਹਦੇ ਕੋਈ ਕੱਪੜਾ ਪਾਇਆ ਸੀ ਜਿਹੜਾ ਪ੍ਰਿੰਟ ਕੀਤਾ ਸੀ ਉਹ ਕੱਪੜਾ ਨੂੰ ਖਰੀਦਿਆ ਵੀ ਸਾਊਦੀ ਅਰੇਬੀਆ ਚੋਂ ਉਹ ਵੀ ਮੁਸਲਮਾਨ ਕੰਟਰੀ ਤੇ ਜਿਹੜੀ ਕੁੜੀ ਨੇ ਪਾਇਆ ਸੀ ਅਮਲੀਆ ਉਹ ਵੀ ਆਪਣੀ ਮੁਸਲਿਮ ਕੁੜੀ ਉਹ ਸ਼ਾਪਾਂ ਦੇ ਵਿੱਚ ਗਈ ਕੋਈ ਬੰਦਾ ਆਇਆ ਉਹਨੂੰ ਕਹਿੰਦਾ ਕੁੜੀਏ ਕੱਪੜਾ ਲਾ ਕਹਿੰਦਾ ਆਪਣੇ ਕੱਪੜੇ ਬਦਲ ਉਹ ਕਹਿੰਦੀ ਮੈਂ ਕਿਉਂ ਬਦਲਾਂ ਉਹ ਤੈਨੂੰ ਬਦਲਨੇ ਪੈਣੇ ਆ ਉਹ ਮਾੜੀ ਬਹਿਸ ਹੋਈ ਉਹਨੂੰ ਰੌਲਾ ਪਾਤਾ ਵੀ ਤੂੰ ਕੁਰਾਨ ਦੀ ਤੋਹੀਨ ਕੀਤੀ ਆ ਵੀ ਜਿਹੜਾ ਤੇਰੇ ਉੱਤੇ ਲਿਖਿਆ ਇਹ ਕੁਰਾਨੀ ਕਿਹਾ ਕੁਰਾਨ ਦੀਆਂ ਆਇਤਾਂ ਹਾਂ ਆਇਤਾਂ ਕੁਰਾਨ ਦੀਆਂ
ਫੇਰ ਭਰਾਵਾ ਰੌਲਾ ਪੈ ਗਿਆ, ਉਹ ਤਾਂ ਮਰਨ ਮਾਰਦੇ ਹੋ ਗਏ। ਅੱਛਾ ਸ਼ੋਪਾ ਵਾਲਿਆਂ ਨੇ ਕੁੜੀ ਨੂੰ ਮਸੀਂ ਬਚਾਇਆ, ਫੇਰ ਉਹਨੇ ਪੁਲਿਸ ਨੂੰ ਫੋਨ ਕੀਤਾ, ਪੁਲਿਸ ਆ ਗਈ, ਉਹਨਾਂ ਦੇਖਿਆ ਕੰਮ ਖਰਾਬ ਹੋ ਗਿਆ, ਉਹਨਾਂ ਵੱਡਿਆਂ ਨੂੰ ਅਫ ਕੀਤਾ। ਫਿਰ ਪੁਲਿਸ ਇੰਸਪੈਕਟਰ ਸੀ ਸੈਰਾਬਾਨੋ, ਅੱਛਾ ਉਸ ਕੁੜੀ ਨੇ ਬਹਾਦਰੀ ਦਿਖਾਈ ਮਾਸਟਰ, ਉਸ ਕੁੜੀ ਨੂੰ ਬਚਾਇਆ। ਹੁਣ ਜੇ ਉਹ ਕੁੜੀ ਆਪਣੀ ਅਕਲ ਨਾ ਵਰਤਦੀ ਨਾ, ਤਾਂ ਦੂਜੀ ਕੁੜੀ ਨੂੰ ਉਹਨਾਂ ਨੇ ਮਾਰ ਦੇਣਾ ਸੀ ਬਲਾਸਮੀ ਦਾ ਨਾਂ ਲਾ ਕੇ। ਦੱਸ ਬਿਲਕੁਲ ਇੱਕ ਪਾਸੇ ਲੋਕ ਜਿੱਦਾਂ ਨੈਣੀਤਾਲ ਦੇ ਵਿੱਚ ਵੀ ਹੋਇਆ, ਤੁਹਾਨੂੰ ਪਤਾ ਹੋਣਾ, ਉਹ ਮੁੰਡੇ ਦਾ ਸਿੱਖ ਨੇ ਬਚਾਇਆ ਜਿਹੜਾ ਮੁਸਲਮਾਨ ਨੂੰ। ਹਾਂਜੀ ਗਗਨਦੀਪ ਸਿੰਘ ਉਹਦਾ ਨਾਮ, ਗਗਨਦੀਪ ਸਿੰਘ ਸੀ ਪੁਲਿਸ ਆਫੀਸਰ, ਉਹ ਮੁੰਡੇ ਨੂੰ ਬਚਾ ਕੇ ਲਗਿਆ, ਉਦੋਂ ਬਚਾ ਕੇ ਲੈ ਕੇ ਗਿਆ। ਮੁਹੱਬਤੋਂ ਜੇ ਨਾਲ ਜਾਂਦੇ ਤਾਂ ਮੁੰਡਾ ਮੁਸਲਮਾਨ ਮੁੰਡਾ ਮਾਰ ਦੇਣਾ ਸੀ। ਹੁਣ ਚਲੋ ਆਪਣੇ ਦਾ ਬਚਾਅ ਆ, ਪਾਕਿਸਤਾਨ ਵਿੱਚ ਇੱਕ ਲਾਅ ਆ ਜਿਹਨੂੰ ਕਹਿੰਦੇ ਈਸ਼ਨੰਦਾ ਕਾਨੂੰਨ। ਈਸ਼ਨੰਦਾ ਕਾਨੂੰਨ ਇਹ ਆ ਕਿ ਜਿਹੜਾ ਬੰਦਾ ਖੁਦਾ ਦੇ ਖਿਲਾਫ ਕੋਈ ਕਰਦਾ ਗੱਲ, ਹੁਣ ਆਪਣੇ ਵੀ ਰੌਲਾ ਬਹੁਤ ਵਾਰੀ ਪੈਂਦਾ ਵੀ ਇੱਥੇ ਟੈਟੂ ਬਣਾ ਲਿਆ, ਕਿਸੇ ਨੇ ਓਟ ਬਣਾ ਲਈ ਆ, ਕਿਸੇ ਨੇ ਕੱਪੜੇ ਪਾ ਲਏ, ਉਹਦੇ ਉੱਤੇ ਗੁਰਬਾਣੀ ਦੀਆਂ ਆਇਤਾਂ ਲਿਖੀਆਂ ਆ। ਅਸੀਂ ਵੀ ਇਦਾਂ ਹੀ ਕਰਦੇ ਆ, ਇਹ ਨਹੀਂ ਵੀ ਅਸੀਂ ਉਹਨਾਂ ਤੋਂ ਬੱਕਰੇ ਆ, ਇਦਾਂ ਹੀ ਕਰਦੇ ਆ। ਉਹਨਾਂ ਦੀਆਂ ਭਾਵਨਾਵਾਂ ਹੀ ਕਹਿ ਦਿੰਦੇ ਆ ਭੜਕਦੀਆਂ, ਪਰ ਉੱਥੇ ਕਾਨੂੰਨ ਬੜਾ ਸਖਤ ਹੈ ਇਹਦੇ ਵਿੱਚ। ਇਹਦੇ ਉੱਤੇ ਫਿਰ ਸੁਣਵਾਈ ਕੋਈ ਨਹੀਂ, ਜੇ ਭੀੜ ਨੇ ਮਾਰ ਵੀ ਦਿੱਤਾ ਕੋਈ ਗੱਲ ਕੁਝ ਨਹੀਂ ਹੁੰਦਾ। ਇੱਥੇ ਪਾਕਿਸਤਾਨ ਦਾ ਇੱਕ ਗਵਰਨਰ ਹੁੰਦਾ ਸੀ, ਉਹਨੇ ਕੋਈ ਗੱਲ ਕਹਿਤੀ ਸੀ, ਹਾਂਜੀ ਹਾਂ, ਉਹ ਗੱਲ ਕਰਦੇ ਸੀ ਤੇ ਉਹਦੇ ਬਾਡੀਗਾਰਡ ਨੇ ਉਹਨੂੰ ਮਾਰ ਦਿੱਤਾ। ਅੱਛਾ ਤੇ ਉਹਦਾ ਬਾਡੀਗਾਰਡ ਜਦੋਂ ਉਹਨੂੰ ਉੱਥੇ ਅਦਾਲਤ ਵਿੱਚ ਲੈ ਕੇ ਗਏ, ਉਹਦੇ ਉੱਤੇ ਫੁੱਲ ਬਰਸਾਏ, ਲੋਕਾਂ ਨੇ ਫੁੱਲ ਬਰਸਾਏ ਉਹਦੇ ਉੱਤੇ ਵੀ ਨਹੀਂ ਇਹਨੇ ਵਧੀਆ ਕੀਤਾ ਵੀ ਜਿਹੜਾ ਖੁਦਾ ਦੇ ਖਿਲਾਫ ਬੋਲਦਾ ਸੀ ਉਹਦਾ ਆ ਜਿਹੜਾ ਕੰਮ ਆ ਕਰ ਦਿੱਤਾ। ਜਦ ਕਿ ਉਹਨੇ ਵੀ ਸਿਰਫ ਕੁਝ ਗੱਲਾਂ, ਕਿਉਂਕਿ ਹੁਣ ਜ਼ਮਾਨੇ ਬਦਲ ਚੁੱਕੇ ਆ, ਉਹ ਕ੍ਰਿਸਚੀਅਨ ਸੀ ਤੇ ਇਸ ਕਰਕੇ ਵੀ ਇਹ ਗੱਲਾਂ ਤਾਂ ਬਹੁਤ ਹੁੰਦੀਆਂ ਆ। ਪਰ ਸਾਡੇ ਵੀ ਭਾਰਤ ਵਿੱਚ ਇਦਾਂ ਹੀ ਆ। ਸਾਡੇ ਇੱਥੇ ਕੀ ਨਹੀਂ ਹੋਇਆ। ਇੱਥੇ ਇੱਕ ਉਹ ਪਿਆ ਸੀਗਾ ਮਾਸ ਦਾ ਟੁਕੜਾ, ਘਰ ਦੇ ਵਿੱਚ ਬਣਾਇਆ ਸੀ, ਉਹ ਕਹਿੰਦੇ ਉੱਤੇ ਦੋਸ਼ ਇਹ ਲਾਏ ਗਏ ਵੀ ਇਹਨੇ ਘਰ ਗਾਂ ਦਾ ਮਾਸ ਬਣਾਇਆ, ਭੀੜ ਨੇ ਮਾਰ ਦਿੱਤਾ, ਬੰਦਾ ਮਰ ਗਿਆ। ਉਸ ਤੋਂ ਬਾਅਦ ਜਦੋਂ ਖੋਜ ਪੜਤਾਲ ਹੋਈ, ਕਹਿੰਦੇ ਨਹੀਂ ਜੀ ਇਹ ਬੀਫ ਹੈ ਹੀ ਨਹੀਂ ਸੀ, ਇਹ ਗਾਂ ਦਾ ਉਹ ਪਤਾ ਲੱਗ ਗਿਆ। ਹੁਣ ਜਿਹੜਾ ਬੰਦਾ ਚਲੇ ਗਿਆ ਉਹ ਕਿੱਦਾਂ ਪੂਰਾ ਹੋਊ। ਇਸ ਕਰਕੇ ਭੀੜ ਦੇ ਕਹਿੰਦੇ ਹੁੰਦੇ ਕੰਨ ਤੇ ਅੱਖਾਂ ਨਹੀਂ ਹੁੰਦੀਆਂ। ਭੀੜ ਤੋਂ ਬਚਣ ਦੀ ਅੱਜ ਕੱਲ ਇਹਨਾਂ ਦੇਸ਼ਾਂ ਦੇ ਵਿੱਚ ਬਹੁਤ ਲੋੜ ਆ। ਸੋਚ ਦਾ ਪੱਧਰ ਬਹੁਤ ਨੀਵਾਂ ਚਲ ਗਿਆ। ਹੁਣ ਆਪਣਾ ਤੂੰ ਦੇਖਿਆ ਸੀ ਜਿਹੜਾ ਆਪਣਾ ਪੁਲਿਸ ਆਫੀਸਰ ਸੀਗਾ, ਉਹਨੂੰ ਖਾਲਿਸਤਾਨੀ ਸੱਦਿਆ ਗਿਆ। ਹਾਂਜੀ ਦੱਸ, ਉਹ ਕਨਸਟੀਟਿਊਸ਼ਨ ਦੇ ਵਿੱਚ ਰਹਿ ਕੇ ਆਪਣੀ ਸਰਵਿਸ ਕਰ ਰਿਹਾ, ਉਹ ਵੀ ਖਾਲਿਸਤਾਨੀ। ਹੁਣ ਜਿਹੜਾ ਵੀ ਪੱਗ ਵਾਲਾ ਇਹਨਾਂ ਨੂੰ ਦਿਸੂਗਾ ਕਿ ਉਹ ਸਾਰੇ ਖਾਲਿਸਤਾਨੀ ਹੈ। ਖਾਲਿਸਤਾਨ ਮੰਗਣਾ ਹਰ ਇੱਕ ਦਾ ਹੱਕ ਵਾ, ਬਿਲਕੁਲ, ਮਿਲੇ ਜਾਂ ਨਾ ਮਿਲੇ ਇਹ ਵੱਖਰੀ ਗੱਲ ਆ। ਖੂਨ ਖਰਾਬਾ ਨਹੀਂ ਚਾਹੀਦਾ, ਠੀਕ ਹੈ। ਪੀਸਫੁਲੀ ਤੁਸੀਂ ਮੰਗ ਕਰ ਸਕਦੇ ਆ। ਅਸੀਂ ਗੋਰਿਆਂ ਤੋਂ ਆਜ਼ਾਦੀ ਮੰਗੀ ਸੀ, ਗੋਰੇ ਸਾਨੂੰ ਟੈਰਰਿਸਟ ਕਹਿੰਦੇ ਸੀ, ਭਗਤ ਸਿੰਘ ਨੂੰ ਟੈਰਰਿਸਟ ਕਿਹਾ, ਫਾਂਸੀ ਲਾਇਆ। ਕਰਤਾਰ ਸਿੰਘ ਸਰਾਭਾ ਨੇ ਆਜ਼ਾਦੀ ਮੰਗੀ ਸੀ, ਕੀ ਜ਼ੁਲਮ ਸੀ, ਉਹਨੂੰ ਫਾਂਸੀ ਲਾ ਦਿੱਤੀ। ਇਹਨਾਂ ਛੱਡਿਆ ਕੋਈ? ਸੋ ਸਮੇਂ ਦੀਆਂ ਸਰਕਾਰਾਂ ਆਪਣੀ ਸਰਕਾਰ ਰੱਖਣ ਲਈ ਹਮੇਸ਼ਾ ਜ਼ੁਲਮ ਕਰਦੀਆਂ ਆਈਆਂ। ਇਹਦਾ ਭਾਰਤ ਤੇ ਪਾਕਿਸਤਾਨ ਜਦੋਂ ਆਜ਼ਾਦ ਹੋਏ ਆ, ਇਹ ਲੋਕਾਂ ਦੇ ਮਨਾਂ 'ਚ ਭੁਲੇਖਾ ਆ ਵੀ ਮੁਸਲਮਾਨ ਉੱਧਰ ਕਰ ਦਿੱਤੇ ਤੇ ਇੱਧਰ ਹਿੰਦੂ ਰਹਿ ਗਏ। ਇਹੀ ਪ੍ਰਚਾਰ ਕੀਤਾ ਜਾਂਦਾ, ਪਰ ਇਦਾਂ ਨਹੀਂ ਹੋਈ। ਮੁਸਲਮਾਨਾਂ ਨੇ ਦੇਸ਼ ਮੰਗਿਆ, ਹੋਰ ਕਿਸੇ ਨੇ ਕੁਝ ਨਹੀਂ ਮੰਗਿਆ। ਮੁਸਲਿਮ ਲੀਗ ਦਾ ਇਹ ਨਾਰਾ ਸੀ ਵੀ ਸਾਨੂੰ ਮੁਸਲਮਾਨਾਂ ਨੂੰ ਵੱਖਰਾ ਦੇਸ਼ ਚਾਹੀਦਾ, ਇਹ ਨਹੀਂ ਲੈ ਲਿਆ ਆਪਣਾ। ਜਿਹੜਾ ਭਾਰਤ ਸੀ, ਭਾਰਤ ਦਾ ਸਾਰਿਆਂ ਦਾ ਸਾਂਝਾ ਸੀ। ਤਾਂ ਹੀ ਸੰਵਿਧਾਨ ਦੇ ਉੱਥੇ ਲਿਖਿਆ ਗਿਆ ਆ ਵੀ ਇਹ ਸੈਕੂਲਰ ਕੰਟਰੀ ਆ, ਇਹਦੇ ਧਰਮ ਨਿਰਪੱਖ ਕੰਟਰੀ ਆ, ਇਹਦੇ ਵਿੱਚ ਹਰ ਜਿਹੜਾ ਧਰਮ ਆ ਉਹਨੂੰ ਜੀਣ ਦਾ ਅਧਿਕਾਰ ਆ। ਧਰਮ ਤੁਸੀਂ ਜਿਹੜਾ ਮਰਜ਼ੀ ਅਪਣਾ ਦੋ, ਜਿਹੜਾ ਮਰਜ਼ੀ ਛੱਡ ਦੋ, ਤੁਹਾਨੂੰ ਇਜਾਜ਼ਤ ਉਸ ਚੀਜ਼ ਦੀ ਮਿਲਦੀ। ਚਲੋ ਗੱਲ ਕਰਦੇ ਆਪਾਂ ਮਾਸਟਰ ਉਦਾਂ ਹੀ ਕਹਿ ਲਾ ਮੈਂ ਮੁਸਲਮਾਨ ਆ ਜਾਂ ਕਹਿ ਲਾ ਮੈਂ ਸਿੱਖ ਹਾਂ, ਤੇ ਹਿੰਦੁਸਤਾਨ ਵਿੱਚ ਸਾਰੇ ਹਿੰਦੂ ਸਿੱਖ ਰਹਿੰਦੇ ਆ ਤੇ ਪਾਕਿਸਤਾਨ ਵਿੱਚ ਸਾਰੇ ਮੁਸਲਮਾਨ। ਹੁਣ ਮੈਂ ਹਿੰਦੁਸਤਾਨ ਚ ਰਹਿ ਰਿਹਾ ਐਜ਼ ਅ ਸਿੱਖ, ਕੱਲ ਨੂੰ ਕੋਈ ਮੁਸਲਮਾਨ ਨਹੀਂ ਕਹਿਲਾ ਭਾਰਤ ਵਿੱਚ, ਕੱਲ ਨੂੰ ਮੈਂ ਕੁਰਾਨ ਦੀ ਸਟੱਡੀ ਕੀਤੀ ਤਾਂ ਮੈਨੂੰ ਚੰਗਾ ਲੱਗਾ ਵੀ ਮੈਨੂੰ ਇਹ ਬਹੁਤ ਸੋਹਣਾ ਲੱਗਦਾ ਤਾਂ ਮੈਂ ਮੁਸਲਮਾਨ ਬਣ ਜਾਣਾ, ਫਿਰ ਮੈਂ ਕਿੱਥੇ ਜਾਊਂ? ਉਹ ਕੋਈ ਧਰਮ ਤੋਂ ਕੋਈ ਕੱਲ ਨੂੰ ਵੀ ਬਦਲ ਸਕਦਾ। ਕੋਈ ਹਿੰਦੂ ਤੋਂ ਸਿੱਖ ਬਣ ਸਕਦਾ, ਕੋਈ ਸਿੱਖ ਤੋਂ ਮੁਸਲਮਾਨ ਬਣ ਸਕਦਾ, ਕੋਈ ਮੁਸਲਮਾਨ ਤੋਂ ਹਿੰਦੂ ਬਣ ਸਕਦਾ। ਸੋ ਹਿੰਦੁਸਤਾਨ ਦੇ ਵਿੱਚ ਸਾਰਿਆਂ ਨੂੰ ਪੂਰਨ ਆਜ਼ਾਦੀ ਹੋਣੀ ਚਾਹੀਦੀ ਆ, ਔਰ ਕਨਸਟੀਟਿਊਸ਼ਨ ਵਿੱਚ ਲਿਖਿਆ ਹੋਇਆ ਵੀ ਆ। ਠੀਕ ਆ, ਧਰਮ ਨਿਰਪੱਖਤਾ ਹੈ, ਰਾਜ ਆਪਣਾ ਧਰਮ ਨਿਰਪੱਖ ਹੀ ਆ। ਹੁਣ ਤੈਨੂੰ ਦੱਸਾਂ ਮਾਸਟਰ ਜੀ ਪਾਕਿਸਤਾਨ ਦੀ ਗੱਲ ਕਰਦੇ ਆ, ਪਾਕਿਸਤਾਨ ਨਾਲੋਂ ਤਾਂ ਮੇਰਾ ਆਪਣਾ ਟਾਟਾ ਹੀ ਕੰਪਨੀ ਆ, ਤੇ ਮਤਲਬ ਪਾਕਿਸਤਾਨ ਵਿੱਚ ਗਰੀਬੀ ਕਾਫੀ ਆ। ਮਤਲਬ ਤੁਹਾਨੂੰ ਸਾਰਿਆਂ ਨੂੰ, ਆਪਾਂ ਨੂੰ ਸਾਰਿਆਂ ਨੂੰ ਪਤਾ ਆ। ਤੇ ਸਰਪੰਚਾ ਤੇਰਾ ਕਹਿਣ ਦਾ ਮਤਲਬ ਆ ਕਿ ਜੇ
ਪਾਕਿਸਤਾਨ ਇਸਲਾਮ ਦੇ ਨਾਂ ਤੇ ਬਣਿਆ ਸੀ ਨਾ, ਇਸਲਾਮ ਤੇ ਹੈ। ਉਹਨਾਂ ਨੂੰ ਕੁਝ ਵਧੀਆ ਕਰਨਾ ਚਾਹੀਦਾ ਸੀ, ਬਿਲਕੁਲ। ਉਹ ਕੁਝ ਬਣਾ ਕੇ ਦਿਖਾ ਦੇ। ਹੁਣ ਤੇਰੇ ਕਹਿਣ ਅੰਗ ਕਿ ਟਾਟਾ ਗਰੁੱਪ ਦੀ ਜਿਹੜੀ ਜੋ ਜਾਇਦਾਦ ਜਿਹੜੀ ਹੈਗੀ ਆ, ਉਹ ਪਾਕਿਸਤਾਨ ਦੀ ਸਾਲਾਨਾ GDP ਨਾਲੋਂ ਕਿਤੇ ਜ਼ਿਆਦਾ। ਬਿਲਕੁਲ। ਉਹ 341 ਬਿਲੀਅਨ, ਇਹ 365 ਬਿਲੀਅਨ। ਹਾਂਜੀ, ਕਿੱਥੇ ਗਿਆ? ਧਰਮ ਦੇ ਨਾਂ ਦੇ ਉੱਤੇ ਹਮੇਸ਼ਾ ਕਾਮਯਾਬੀ ਨਹੀਂ ਮਿਲਦੀ। ਬਿਲਕੁਲ। ਇਹ ਤਾਂ ਟਾਟਾ ਦਾ ਬਹੁਤ ਇੰਟਰਸਟਿੰਗ ਇਤਿਹਾਸ ਆ ਜੇ ਪੜਿਆ ਜਾਵੇ। ਬਹੁਤ ਕੰਮ ਕੀਤੇ ਇਹ। ਜਮਸ਼ੇਦਜੀ ਟਾਟਾ ਜਿਹੜਾ ਇਹਦਾ ਮੋਢੀ ਹੋਇਆ, ਉਹ ਗਿਆ ਕਿਸੇ ਹੋਟਲ ਦੇ ਵਿੱਚ, ਜਿੱਦਾਂ ਅੰਬਾਨੀ ਦਾ ਵੀ ਨਾਂ ਲਿਆ ਜਾਂਦਾ ਵੀ ਅੰਬਾਨੀ ਜਿਹੜਾ ਆ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਅਰਬ ਕੰਟਰੀਆਂ ਦੇ ਵਿੱਚ, ਹਨਾ, ਤੇ ਜਾ ਕੇ ਤੇ ਜਿਹੜਾ 5 ਸਟਾਰ ਵਿੱਚ ਚਾਹ ਪੀਂਦਾ ਸੀ, ਜਾਨੀ ਐਡੇ ਉੱਚੇ ਸੁਪਨੇ ਦਿੰਦਾ ਸੀ। ਪਰ ਜਮਸ਼ੇਦ ਟਾਟਾ ਜਿਹੜਾ ਆ, ਉਹ ਗਿਆ ਹੋਟਲ ਦੇ ਵਿੱਚ, ਗੋਰਿਆਂ ਦਾ ਰਾਜ ਸੀ, ਉਹਨੇ ਇਹਨੂੰ ਅੰਦਰ ਨਹੀਂ ਵੜਨ ਦਿੱਤਾ। ਇਹਨੇ ਦੇਖ ਲਓ ਵੀ ਇਹ ਦਿਲ ਦੇ ਵਿੱਚ ਰੱਖੀ ਤੇ ਇਹਨੇ ਤਾਜ ਹੋਟਲ ਬਣਾਇਆ, ਸਭ ਤੋਂ ਵਧੀਆ ਜਗ੍ਹਾ ਦੇ ਉੱਤੇ ਉੱਥੇ ਬੰਬਈ ਦੇ ਵਿੱਚ। ਅੱਛਾ। ਤਾਜ ਹੋਟਲ ਕਹਿੰਦੇ ਵੀ ਇਦਾਂ ਦੀ ਇਹਨੇ ਹੋਟਲ ਬਣਾਇਆ ਵੀ ਸਾਰੇ ਬੰਬਈ ਦਾ ਪਹਿਲੀ ਵਾਰ ਜਿੱਥੇ ਬਿਜਲੀ ਆਈ ਸੀ, ਅਮਰੀਕਾ ਤੋਂ ਪੱਖੇ ਮੰਗਾ ਕੇ ਲਾਏ ਗਏ ਸੀ, ਤੇ ਉੱਥੇ ਦੀ ਜਿਹੜੀ ਲਿਫਟਾਂ ਸੀ ਉਹ ਜਰਮਨ ਤੋਂ ਲਗਾਈਆਂ ਗਈਆਂ। ਬੰਦੇ ਨੇ ਕੰਮ ਇਦਾਂ ਦਾ ਕੀਤਾ ਵੀ ਇਸ ਵੇਲੇ 9 ਦੇਸ਼ਾਂ ਦੇ ਵਿੱਚ ਬ੍ਰਾਂਚ ਆਇਆ ਤਾਜ ਹੋਟਲ ਦੀਆਂ। ਕਹਿੰਦੇ ਕਹਾਉਂਦੇ ਜਿੱਥੇ ਪਾਕਿਸਤਾਨ ਦਾ ਉਦੋਂ ਟੈਰਰਿਸਟ ਅਟੈਕ ਜਿਹੜਾ ਹੋਇਆ ਸੀ, ਹਨਾ, ਫਿਰ ਦੁਨੀਆ ਦੇ ਵਿੱਚ ਜਦੋਂ ਗੱਲ ਚੱਲ ਪਈ ਸੀ ਵੀ ਟੈਕਸਟਾਈਲ ਦਾ ਬਹੁਤ ਤਗੜਾ ਕੰਮ ਆ ਜੀ, ਯੂਰਪ ਵਿੱਚ ਬਹੁਤ ਇੰਡਸਟਰੀਆਂ ਲੱਗ ਗਈਆਂ। ਏਸ਼ੀਆ ਦੀ ਸਭ ਤੋਂ ਪਹਿਲੀ ਮਹਿਲ ਜਮਸ਼ੇਦਜੀ ਟਾਟਾ ਨੇ ਲਾਤੀ। ਉਹਦੇ ਫਿਰ ਮੁੰਡੇ ਨੇ ਉਹਦੇ ਉਸੇ ਸਿਟੀ ਦਾ ਨਾਂ ਜਿਹੜਾ ਜਮਸ਼ੇਦ ਆ, ਜਮਸ਼ੇਦਪੁਰ ਜਿਹਨੂੰ ਕਹਿੰਦੇ ਆ, ਉੱਥੇ ਬਣਾਇਆ ਗਿਆ। ਤੇ ਜਿੱਦਣ ਉਦਘਾਟਨ ਹੋਇਆ, ਉਧਰੋਂ ਮਹਾਰਾਣੀ ਵਿਕਟੋਰੀਆ ਦੀ ਤਾਜਪੋਸ਼ੀ ਹੋਈ, ਉਸੇ ਦਿਨ ਉਦਘਾਟਨ ਰੱਖਿਆ। ਫੇਰ ਦੇਖੋ ਵੀ ਕਾਨੂੰਨੀ ਕੋਈ ਬੰਦਿਸ਼ਾਂ ਨਹੀਂ ਸੀ। ਟਾਟਾ ਇਦਾਂ ਦੀ ਉਹ ਬੰਦੇ ਦਾ ਦੇਖੋ ਸੋਚ ਸੀ ਬਈ ਉਹਨੇ ਸਭ ਤੋਂ ਪਹਿਲਾਂ ਕੀਤਾ 8 ਘੰਟੇ ਦਾ ਕੰਮ, ਜਦੋਂ ਅਜੇ ਲੜਾਈਆਂ ਹੋ ਰਹੀਆਂ ਵੀ 8 ਘੰਟੇ ਦਾ ਕੰਮ ਲਿਮਿਟਡ ਹੋਣਾ ਚਾਹੀਦਾ। ਪੈਨਸ਼ਨ ਦਾ ਕੰਮ ਹੀ ਨਹੀਂ ਸ਼ੁਰੂ ਕੀਤਾ ਇੰਡੀਆ ਦੇ ਵਿੱਚ। ਇਹਨਾਂ ਘਰ ਰਹਿਣ ਨੂੰ ਘਰ ਵੀ ਬਣਾਏ ਸੀ, ਘਰ ਰਹਿਣ ਨੂੰ ਬਣਾਏ ਵੀ ਘਰ ਵੀ ਜਿਹੜੇ ਸਾਡੇ EMPLOYEE ਆ ਘਰਾਂ ਦੇ ਵਿੱਚ ਰਹਿਣਗੇ। ਤੇ ਜਨਾਨੀਆਂ ਨੂੰ ਜਦੋਂ ਪ੍ਰੈਗਨੈਂਟ ਹੁੰਦੀਆਂ, ਬੱਚੇ ਦੀ ਛੁੱਟੀ ਵੀ ਇਹਨਾਂ ਨੇ ਸ਼ੁਰੂ ਕੀਤੀ ਟਾਟਾ ਗਰੁੱਪ ਨੇ ਉਹ ਸਮੇਂ ਦੇ ਵਿੱਚ। ਤੇ ਜਿਹੜੇ ਆਪਣੀ 에ਅਰ ਇੰਡੀਆ ਹੁਣ ਕਹਿ ਲਓ ਵੀ ਇਹ ਵੀ ਉਹਨੇ ਸ਼ੁਰੂ ਕਰਾਈ, ਉਹਨਾਂ ਦੇ ਟੱਬਰ ਨੇ ਕਹਿ ਲਓ ਵੀ ਅੱਗੇ ਜਿਹੜਾ ਹੁਣ ਐਡਾ ਵੱਡਾ ਇੱਕ ਇਤਿਹਾਸ ਆ ਜਿਨ੍ਹਾਂ ਨੇ ਸਾਨੂੰ ਭਾਰਤ ਵਿੱਚ, ਜੇ ਅੱਜ ਕਹਿ ਲਓ ਵੀ ਪਾਕਿਸਤਾਨ ਨਾਲੋਂ ਕਿਤੇ ਅੱਗੇ ਚਲੇ ਗਿਆ, ਉਹਦੇ ਵਿੱਚ ਟਾਟਾ ਸਮੂਹ ਅੱਜ ਕੱਲ੍ਹ 30 ਕੰਪਨੀਆਂ ਇਹ ਚਲਾ ਰਹੇ ਆ। ਤੇ ਚਾਹ ਪੱਤੀ ਆ, ਨਮਕ ਤੋਂ ਲੈ ਕੇ ਹਵਾਈ ਜਹਾਜ਼ਾਂ ਤੱਕ ਦਾ ਸਫ਼ਰ, ਹੋਟਲਾਂ ਤੱਕ ਦਾ। ਟਾਟਾ ਨੇ ਮੁੜ ਕੇ ਫੇਰ ਖਰੀਦ ਲਈ 에ਅਰਲਾਈਨ, ਹਨਾ, ਇਹ ਲਾਈਨ ਵੇਖ। ਹਾਂ, ਇਹ ਮਾਣ ਵਾਲੀ ਗੱਲ ਹੈ। ਦੇਖੋ ਫਿਰ ਹੁਣ ਆਪਾਂ ਹਿੰਦੂ ਮੁਸਲਮਾਨਾਂ ਦੀ ਗੱਲ ਕਰੀ ਜਾਂਦੇ ਆ, ਇਹ ਬੰਦੇ ਹੈਗੇ ਸੀ ਪਾਰਸੀ। ਜੇ ਇਹ ਧਰਮ ਦੇ ਨਾਂ ਤੇ ਵਿਕਣ ਵਾਲੇ ਹੁੰਦੇ, ਇਹ ਕਹਿੰਦੇ ਸਾਡਾ ਤਾਂ ਇੱਥੇ ਕੁਝ ਹੈ ਹੀ ਨਹੀਂ, ਹਨਾ, ਵੀ ਅਸੀਂ ਕਿਤੇ ਲੋਕਾਂ ਕਿਹਨਾਂ ਦੇ ਲਈ ਕੰਮ ਕਰ ਰਹੇ ਸੀ ਜਿਹੜੇ ਇਹਨਾਂ ਦੇ ਧਰਮ ਦੇ ਹੈ ਹੀ ਨਹੀਂ ਬੰਦੇ। ਮੁਸਲਮਾਨਾਂ ਦੇ ਹਿੰਦੂਆਂ ਨੂੰ ਇਹ ਥੋੜੀ ਭੇਦਭਾਵ ਕੀਤਾ। ਮਾਸਟਰ ਗੱਲ ਪਤਾ ਕੀ ਆ, ਅਸੀਂ ਬਹੁਤ ਜ਼ਿਆਦਾ ਇਮੋਸ਼ਨਲ ਬਲੈਕਮੇਲ ਹੁੰਦੀ ਸਾਡੇ ਨਾਲ, ਬਲੈਕਮੇਲ ਹੁੰਦੀ ਆਪਣੇ ਨਾਮ ਲਿਆ। ਜਿਹੜੇ ਅਮੀਰ ਆ ਨਾ, ਬਿਜ਼ਨਸ ਵਾਲੇ ਆ, ਪੋਲੀਟੀਸ਼ੀਅਨ ਵਾਲੇ ਆ, ਉਹ ਸਾਨੂੰ ਧਰਮਾਂ ਦੇ ਨਾਂ ਤੇ ਵੰਡ ਕੇ ਸਾਨੂੰ ਲੜਾਈ ਫਿਰਦੇ ਆ, ਆਪ ਕਰਦੇ ਆ ਮੌਜਾਂ। ਬਿਲਕੁਲ ਠੀਕ ਹੈ। ਹੁਣ ਪਿੱਛੇ ਜੇ ਗੱਲ ਹੋਈ ਆ, ਮੈਨੂੰ ਪੱਕਾ ਨਹੀਂ ਪਤਾ ਕਿਹੜੀ ਸਟੇਟ, ਮੈਂ ਕਿਹਾ ਯੂਪੀ ਦੀ ਆ ਸ਼ਾਇਦ, ਇਹਨਾਂ ਨੇ ਹਿੰਦੂਆਂ ਨੇ ਗਾਂ ਵੱਢ ਕੇ ਛੱਡ ਦਿੱਤੀ ਤੇ ਮੁਸਲਮਾਨਾਂ ਦਾ ਨਾਂ ਲਾਤਾ, ਨਾਲ ਜਾ ਕੇ FIR ਕਰਨ ਚੱਲ ਗਏ। ਪੁਲਿਸ ਨੇ ਰਿਸਰਚ ਕੀਤੀ, ਉਹਨਾਂ ਨੇ ਕੁਝ ਕੀਤਾ ਨਹੀਂ, ਉਹਨੇ ਇੱਕ ਗਾਵੇ ਹੋਰ ਮਾਰੀ। ਅੱਛਾ। ਫੇਰ ਉਹ ਸਿੱਟੀ, ਸਿੱਟਣ ਤੋਂ ਬਾਅਦ ਮੁੜ ਕੇ ਫੇਰ ਰਿਪੋਰਟ ਕੀਤੀ, ਨਾਲੇ ਜਿਹੜਾ ਉੱਥੇ ਥਾਣੇ ਦਾ ਇੰਚਾਰਜ ਸੀ ਉਹ ਤੇ ਵੀ ਰਿਪੋਰਟ ਕਰਤੀ, ਇਹਨੇ ਐਕਸ਼ਨ ਨਹੀਂ ਲਿਆ। ਜਦੋਂ ਫਿਰ ਪੁਲਿਸ ਨੇ ਜਾਂਚ ਕੀਤੀ तो 3-4 ਬੰਦੇ ਫੜ ਲਏ, ਉਹ ਸਾਰੇ ਹਿੰਦੂ ਨਿਕਲੇ। ਉਹਨਾਂ ਨੇ ਆਪ ਗਾਂ ਮਾਰ ਕੇ ਉੱਤੇ ਸਿੱਟੀ। ਆਹ ਕੁਝ ਚੱਲ ਰਿਹਾ ਸਾਡੇ। ਹੁਣ ਆਪਣੇ ਤਾਇਆ ਆਪਣੇ ਉਦੋਂ, ਹੁਣ ਤਾਂ ਹੈ ਨਹੀਂ, ਸਕੂਲਾਂ 'ਚ ਪੜਾਇਆ ਜਾਂਦਾ ਸੀ ਤੂਤਾਂ ਵਾਲਾ ਖੂਹ। ਤੂਤਾਂ ਵਾਲੇ ਖੂਹ ਦੇ ਵਿੱਚ ਲੜਾਈ ਕਿੱਥੋਂ ਸ਼ੁਰੂ ਹੋਈ ਆ? ਜਦੋਂ ਮੰਦਿਰ ਦੇ ਮੋਹਰੇ ਗਾਂ ਮਾਰ ਕੇ ਸਿੱਟੀ, ਮਸਜਿਦ ਦੇ ਮੋਹਰੇ ਸੂਰ ਮਾਰ ਕੇ ਸਿੱਟਿਆ, ਹਨਾ। ਸੋਹਣ ਸਿੰਘ ਸੀਤਾ ਨੇ ਕਿੰਨਾ ਰਪੰਦ ਕੀਤਾ, ਦੰਗੇ ਉੱਦੇ ਥੋੜੀ ਹੋ ਗਏ ਵੀ ਭਰਾ ਉਹ ਕਰਾਏ ਗਏ ਸੀ। ਇਹ ਐਲਤ ਕਰਨ ਵਾਲੇ ਤਾਂ 3-4 ਬੰਦੇ ਹੁੰਦੇ, ਇੰਨੇ ਕੁ ਹੁੰਦੇ ਆ, ਹਨਾ। ਹੁਣ ਆ ਜਿਹਦਾ ਭੀੜ ਆ, ਉਹਦੇ ਵਿੱਚ ਇੱਕ ਬੰਦੇ ਨੇ ਕਿਸੇ ਨੇ ਪਿੱਕਾ ਲਈ, ਹੁਣ ਕੁੜੀ ਦਾ ਸ਼ਾਪਿੰਗ ਕਰਦੀ, ਉਹ ਘਰੋਂ ਕਦੋਂ ਦੀ ਤੁਰੀ ਹੋਣੀ ਆ, ਕਿੰਨੇ ਬੰਦਿਆਂ ਨੇ ਉਹ ਦੇਖੀ ਹੋਣੀ ਆ, ਜਿਹੜੀ ਆਪਾਂ ਗੱਲ ਸ਼ੁਰੂ ਹੀ ਕੀਤੀ ਆ। ਗੱਲ ਕੀ ਆ ਵੀ ਸ਼ਰਾਰਤ ਦਿਮਾਗ ਦੇ ਵਿੱਚ ਕਿੱਥੇ ਆ ਜਾਣੀ ਆ ਗੱਲ, ਹਨਾ। ਵੀ ਅਸੀਂ ਦੂਜੇ ਦੀਆਂ ਜ਼ਿੰਦਗੀਆਂ ਦੇ ਵਿੱਚ, ਜਾਣੀ ਆਪਣੀ ਆ ਜਿੰਨੀ ਕੁ ਹੁਣ ਗੱਲਬਾਤ ਹੋਈ ਆ, ਵੀ ਆਪਾਂ ਇਹ ਕਰਦੇ ਆ ਵੀ ਝੱਟ ਚੱਕੜ ਸੱਟ ਦਿੰਦੇ ਆ। ਅਸੀਂ ਇਹ ਨਹੀਂ ਦੇਖਦੇ ਵੀ ਲੋਕਾਂ ਨੇ ਯੋਗਦਾਨ ਵੀ ਬਹੁਤ ਜ਼ਿਆਦਾ ਪਾਇਆ,
ਤੇ ਕਈ ਲੋਕਾਂ ਦਾ ਯੋਗਦਾਨ ਥੋੜਾ ਜਿਹਾ ਘੱਟ ਹੋਣਾ। ਤੇ ਘੱਟ ਹੋਣ ਦਾ ਮਤਲਬ ਵੀ ਇਹ ਨਹੀਂ ਹੈਗਾ ਵੀ ਉਹਨੇ ਪਾਇਆ ਹੀ ਨਹੀਂ ਕੁਛ ਨਾ ਕੁਛ ਤਾਂ ਹੋਊਗਾ। ਆਪਾਂ ਨੂੰ ਉਹਨਾਂ ਦੀ ਵੀ ਇੱਜ਼ਤ ਕਰਨੀ ਚਾਹੀਦੀ ਹੈ। ਬਿਲਕੁਲ। ਪਤਾ ਕੀ ਆ, ਚਲੋ ਦੇਸ਼ ਨੂੰ ਆਜ਼ਾਦ ਕਰਾਉਣ ਦੀ ਗੱਲ ਕਰ ਲਓ, ਹਨਾ, ਇਹ ਲਹਿਰਾਂ ਉੱਠਦੀਆਂ। ਹਾਂਜੀ ਜਦੋਂ ਪਹਿਲਾਂ ਲਹਿਰ ਉੱਠਦੀ ਆ, ਉਹਦੇ ਕੰਮ ਕਰਨ ਵਾਲੇ ਬੜੇ ਸਹੀ ਹੁੰਦੇ ਆ, ਹਾਂਜੀ ਪੂਰੀ ਆਪਣੀ ਜਾਨ ਵਾਰ ਦਿੰਦੇ ਆ ਕੌਮ ਲਈ, ਦੇਸ਼ ਲਈ, ਆਜ਼ਾਦ ਕਰਾਉਣ ਲਈ। ਜਾਂ ਜਿੱਦਾਂ ਆਪਣੇ ਕਹਿ ਲਾ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ 1919 ਦੇ ਵਿੱਚ, ਹਨਾ, ਹਾਂਜੀ ਉਹਦੇ ਵਿੱਚ ਊਧਮ ਸਿੰਘ ਨੇ ਜਾ ਕੇ ਮੁੜ ਕੇ ਬਦਲਾ ਲਿਆ, ਹੈ ਕਿ ਨਹੀਂ? ਉੱਥੇ ਆਪਣੇ ਹਿੰਦੂ, ਸਿੱਖ, ਮੁਸਲਮਾਨ ਸਾਰੇ ਇਕੱਠੇ ਹੋਏ ਹੋਏ ਸੀ, ਆਜ਼ਾਦੀ ਮੰਗਦੇ ਸੀ, ਬਿਲਕੁਲ। ਹੈ ਕਿ ਨਹੀਂ? ਬਾਅਦ ਦੇ ਵਿੱਚ ਉਹੋ ਹੀ ਬੰਦੇ ਜਾਂ ਸਮਾਂ ਪਾ ਕੇ ਉਹਨਾਂ ਜਿਹੜੀ ਸੇਧ ਦੇਣੀ ਹੁੰਦੀ ਆ, ਉਹ ਗਲਤ ਬੰਦੇ ਆ ਜਾਂਦੇ ਆ ਉਹਦੇ ਵਿੱਚ। ਤਾਇਆ ਹਾਂ ਬਈ, ਆ ਜਦੋਂ ਆ ਜਲਿਆਂਵਾਲੇ ਬਾਗ ਵਾਲਾ ਖੂਨੀ ਸਾਕਾ ਹੋਇਆ ਸੀ ਉਦੋਂ ਤੇਰੀ ਸੁਰਤ ਸੀਗੀ? ਉਹ ਅਮਲੀਆ ਆਦਾ ਕੀ ਪੀਤਾ? ਉਹ ਪੀਤਾ ਖਾਦਾ ਤਾਂ ਤੈਨੂੰ ਪਤਾ ਹੀ ਆ, ਮੈਂ ਉਹਨੂੰ ਉਦਾਂ ਦੱਸਤਾ ਸੀ ਸੀਗੀ ਸੁਰਤ ਕਿ ਨਹੀਂ। ਦੇਖ, ਹਾਂ। ਮੇਰੀ ਉਮਰ ਤੈਨੂੰ ਕਿੰਨੀ ਕੁ ਲੱਗਦੀ ਆ? ਹੁਣੀ ਆ 75 80 ਸਾਲ ਹੋਰ ਉੱਤੇ 70 75 ਰੱਖ ਲਾ ਥੋੜਾ ਜਿਹਾ ਹੱਥ। 70 75। ਹਾਂ ਜਲਿਆਂਵਾਲੇ ਬਾਗ ਦਾ ਸਾਕਾ ਹਾਂ 1919 ਵਿੱਚ ਹੋਇਆ ਸੀ, ਅੱਛਾ ਅਪ੍ਰੈਲ 1919, ਓਕੇ। 105 ਸਾਲ ਪਹਿਲਾਂ। ਫਿਰ ਤਾਇਆ ਤੂੰ ਰੋਲਿਆ ਵੇਲੇ ਦਾ ਹੋਣਾ ਆ। ਕਰ ਲੋ ਗੱਲ। ਹਾਂ ਔਰ ਰੌਲਿਆਂ ਵੇਲੇ ਨਹੀਂ ਸੀ ਮੈਂ, ਮੇਰਾ ਜਨਮ 1948 ਦਾ ਆ, 21 ਜਨਵਰੀ। 75 76 ਸਾਲ ਤਾਂ ਬਣਦੇ ਆ, ਅੱਛਾ ਤੇ ਰੌਲੇ ਪਿਆ ਨੂੰ ਮੈਂ 70 80 ਸਾਲ ਹੋ ਗਏ। ਇਹਦਾ ਤਾਂ ਨਾ ਬੜੀ ਮਾੜੀ ਹੋਈ ਭਾਈ। ਮਾੜੀ ਉਹ ਮੇਰੇ ਨਾਲ ਮਾੜੀ ਕੀ ਹੋਈ? ਉਹ ਜੇ ਥੋੜੇ ਜਿਹਾ 5-6 ਸਾਲ ਪਹਿਲਾਂ ਜੰਮ ਜਾਂਦਾ ਤੇ ਰੋਲੇ ਦੇਖ ਲੈਣੇ ਸੀ ਤੇ ਨਸ਼ਾ ਮੈਂ ਓਏ ਕੰਜਰਾ, ਜੇ ਮੈਂ 5-6 ਸਾਲ ਦਾ ਹੁੰਦਾ ਨਾ ਰੌਲਿਆਂ 'ਚ, ਖਰੇ ਮੈਂ ਮਾਰੇ ਜਾਣਾ ਸੀ। ਉਹ ਤਾਂ ਜੇ ਮਾਨਾ ਆਂਦਾ ਵੀ ਜੰਮਣਾ ਹੀ ਕਾਹਦੇ ਸੀ ਤੇ ਨਸ਼ਾ ਪਹਿਲਾਂ ਦਾ। ਉਹੀ ਗੱਲਾਂ ਤਾਂ ਤੇਰੀਆਂ। ਕੋਈ ਨਹੀਂ ਯਾਰ, ਮੇਰੇ ਭਰਾ ਛੱਡ ਪਰੇ, ਪਤਾ ਨਹੀਂ ਕੀ ਪੀ ਗਿਆ। ਪੀ ਕੇ ਨਹੀਂ ਕਿਵੇਂ ਡੂੰਗੀਆਂ ਜ਼ਿਆਦਾ ਲਾ ਲਿਆ। ਆ ਡੂੰਗੀਆਂ ਸੋਚਾਂ ਚੱਲਿਆ ਨਾ ਮੈਂ ਤੈਨੂੰ ਦੱਸਾਂ ਮੈਂ ਕੀ ਲਿੱਤਾ। ਮਾਸਟਰ ਇਹ ਪਹਿਲਾਂ ਚੁੱਪੀਆਂ ਕੀਤਾ ਬੈਠਾ ਸੀ, ਮੈਂ ਕਿਹਾ ਆਹ ਗੱਲਾਂ ਸੋਚੀ ਜਾਂਦਾ ਹੈ। ਇਹ ਨਹੀਂ, ਸੋਚਦਾ ਹੈ। ਮੇਰੀ ਉਮਰ ਮੈਂ ਕਿਹਾ 76 ਕੁ ਸਾਲ ਬਣਦੀ ਆ, ਮੈਂ ਲਿਖ ਲੈਣਾ ਕਾਪੀ ਤੇ। ਚੇਤਾ ਰੱਖ ਲਈ। ਰੌਲਿਆਂ ਵੇਲੇ ਵੀ ਸੁਰਤ ਨਹੀਂ ਸੀ, ਤੇ ਜਦੋਂ ਜਲਿਆਂਵਾਲੇ ਬਾਗ ਦਾ ਸਾਕਾ ਆ, ਉਹ ਤਾਂ ਮੈਂ ਲੱਗ ਜਾ ਕੇ ਪਿਆ ਨਹੀਂ ਸੀ। ਠੀਕ ਹੈ, ਠੀਕ ਹੈ ਤਾਇਆ। ਬਈ ਤੂੰ ਅਮਲੀ ਦੀ ਗੱਲ ਤਾਂ ਛੱਡੋ, ਤੇ ਤੁਹਾਨੂੰ ਪਤਾ ਲੱਗਾ ਵੀ ਆ ਪੰਕਜ ਦਾਸ ਉਹਦੀ ਡੈਥ ਹੋ ਗਈ ਆ? ਆਹੋ ਯਾਰ ਮਾਸਟਰ, ਮੰਮੀ ਗੱਲ ਸੁਣੀ ਆ, ਕਹਿੰਦੇ ਪੰਕਜ ਦਾਸ ਪੂਰਾ ਹੋ ਗਿਆ। ਹਾਂਜੀ ਪੰਕਜ ਦਾਸ ਵਧੀਆ ਗਜ਼ਲ ਕੋ ਇੱਕ ਬਹੁਤ ਵਧੀਆ ਗਜ਼ਲ ਗਾਉਂਦਾ ਸੀ। ਅੱਛਾ। ਤੇ ਤੁਸੀਂ ਸੁਣਿਆ ਹੋਣਾ, ਗਾਣਾ ਬਹੁਤ ਮਸ਼ਹੂਰ ਹੋਇਆ ਸੀ ਹਨਾ, ਚਿੱਠੀ ਆਈ ਹੈ। ਇਹ ਵਤਨ ਸੇ ਚਿੱਠੀ ਆਈ ਹੈ। ਬੜਾ ਇਮੋਸ਼ਨਲ ਉਦੋਂ ਦਾ ਤਾਂ ਆਇਆ ਵੀ, ਤੁਹਾਨੂੰ ਤਾਂ ਪਤਾ ਹੋਣਾ ਵੀ ਚਿੱਠੀਆਂ ਆਉਂਦੀਆਂ ਸੀ। ਬਿਲਕੁਲ। ਤੇ ਬੜਾ ਗੀਤ ਉਸ ਵੇਲੇ ਮਕਬੂਲ ਹੋਇਆ ਸੀ। ਇਹ ਗੀਤ ਬਹੁਤ ਚੱਲਿਆ, ਚਿੱਠੀ ਆਈ ਹੈ, ਵਤਨ ਸੇ ਚਿੱਠੀ ਆਈ ਤੇ ਹੈ। ਜਿਹੜੇ ਲੋਕ ਗਜ਼ਲ ਸੁਣਦੇ ਆ ਜਾਂ ਪੁਰਾਣੇ ਜਿਹੜੇ ਸੰਗੀਤ ਨੂੰ ਪਿਆਰ ਕਰਨ ਵਾਲੇ ਆ, ਉਹਨਾਂ 'ਚ ਬੜਾ ਮਕਬੂਲ ਸੀਗਾ। 2006 ਦੇ ਵਿੱਚ ਇਹਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਨਵਾਜਿਆ ਗਿਆ ਸੀ। ਨਵਾਜਿਆ ਗਿਆ। ਦਾਦਾ ਸਾਹਿਬ ਉਹ ਵੀ ਅਵਾਰਡ ਜਿਹੜਾ ਆ ਇਹਨੂੰ ਦਿੱਤਾ ਗਿਆ। ਵਧੀਆ ਸੀ। ਆਵਾਜ਼ ਬਹੁਤ ਸੋਹਣੀ। ਹਨਾ, ਆਵਾਜ਼ ਹੀ ਕਲਾਸੀਕਲ ਦਾ ਬਹੁਤ ਵਧੀਆ ਗਵਈਆ ਸੀਗਾ ਜੀ ਇਹ। ਹਾਂਜੀ ਇਹਨੇ ਧਾਰਮਿਕ ਬਹੁਤ ਕੁਝ ਗਾਇਆ। ਬਹੁਤ ਗਾਇਆ। ਕਲਾਸੀਕਲ ਦੇ ਵਿੱਚ ਜਿੱਦਾਂ ਹਾਂਜੀ। ਜੀਨੀ ਰੇ ਜੀਨੀ ਚਦਰੀਆ ਜੀਨੀ ਰੇ, ਹਾਂਜੀ 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 ਨੌਂ ਦਾ ਸਮਾਸ ਉਹਨਾਂ ਕੋ ਲਾਗੇ। ਹਾਏ ਹਾਏ ਹਾਏ। ਉਹ ਬਹੁਤ ਵਧੀਆ ਸੀ, ਮਜ਼ਾ ਆਉਂਦਾ ਸੀ ਸੁਣ ਕੇ। ਮੈਂ ਯਾਰ ਸੁਣਦਾ ਕਾਫੀ ਰਿਹਾ। ਵਾਕਫ ਸੀ ਮੈਂ। ਨਹੀਂ ਬਹੁਤ ਸੁਣਦੇ ਰਹੇ ਆ ਤੁਹਾਡੀ ਏਜ ਦੇ ਜਿਹੜੇ ਕਾਫੀ ਮਕਬੂਲ। ਮੈਨੂੰ ਪਤਾ ਨਹੀਂ ਤੁਸੀਂ ਸੁਣੀ ਹੋਗੀ, ਇਹ ਕਹਿੰਦੀ ਗਜ਼ਲ ਪੰਜਾਬੀ ਚ ਬਹੁਤ ਵਧੀਆ ਸੀ। ਅੱਛਾ ਜੀ। ਤੂੰ ਮੈਨੂੰ ਮਕਾਣੇ ਬੁਲਾਇਆ ਤਾਂ ਹੁੰਦਾ, ਹੂੰ ਮੈਂ ਸੁਣਿਆ ਕਿ ਤੇਰੀ ਵਫਾ ਮਰ ਗਈ ਏ। ਹਾਏ ਹਾਏ। ਬਹੁਤ ਸੋਹਣੀ ਗਜ਼ਲ ਸੀ। ਅੱਛਾ ਜੀ। ਤੂੰ ਮੈਨੂੰ ਮਕਾਣੇ ਬੁਲਾਇਆ ਤਾਂ ਹੁੰਦਾ, ਮੈਂ ਸੁਣਿਆ ਕਿ ਤੇਰੀ ਵਫਾ ਮਰ ਗਈ ਏ। ਇਹ ਵੀ ਇੱਕ ਵਿਸ਼ਾ ਆ ਵੀ ਆਪਣੇ ਜਿੱਦਾਂ ਪੰਜਾਬੀਆਂ ਦੇ ਵਿੱਚ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ, ਇੱਕ ਸੰਵੇਦਨਸ਼ੀਲ ਜਿਹੜਾ ਪਾਰਟ ਹੁੰਦਾ ਸੀ ਉਹ ਖਤਮ ਹੋਈ ਜਾਂਦਾ। ਬਿਲਕੁਲ ਹਨਾ। ਇਹ ਜਿਹੜੀ ਗਜ਼ਲ ਆ, ਇਹ ਗੀਤ ਨਾਲੋਂ ਬਿਲਕੁਲ ਵੱਖਰੀ ਹੁੰਦੀ ਆ। ਇਹਦੇ ਵਿੱਚ ਬਹੁਤ ਤਕੜੇ ਸੰਦੇਸ਼ ਵੀ ਹੁੰਦੇ ਆ। ਇਹਨੂੰ ਆਮ ਬੰਦਾ ਨਹੀਂ ਸੁਣ ਸਕਦਾ, ਕਿਉਂਕਿ ਕਹਿੰਦੇ ਵੀ ਇਹਦੇ ਜਿਹੜੇ ਲਾਈਨਾਂ ਹੁੰਦੀਆਂ ਆ, ਹਰ ਲਾਈਨ ਦੇ ਵਿੱਚ ਇੱਕ ਡਿਫਰੈਂਟ ਮੀਨਿੰਗ ਹੁੰਦਾ। ਗੀਤ ਜਿਹੜਾ ਹੁੰਦਾ ਪਹਿਲੀ ਵਾਰੀ ਉਹਦਾ ਰਿਜ਼ਲਟ ਦੱਸ ਦਿੱਤਾ ਜਾਂਦਾ, ਉਹ ਰਿਜ਼ਲਟ ਨੂੰ ਅੱਗੇ ਐਕਸਪਲੇਨ ਕੀਤਾ ਜਾਂਦਾ। ਪਰ ਗਜ਼ਲ ਦੇ ਵਿੱਚ ਅਗਲੀ ਲਾਈਨ ਦੇ ਵਿੱਚ ਕੀ ਗੱਲ ਕਹਿਣੀ ਆ, ਉਹ ਟੋਟਲੀ ਡਿਫਰੈਂਟ ਹੁੰਦੀ ਹੈ ਪਹਿਲੀ ਨਾਲੋਂ। ਇਹਦਾ ਹਰ ਪੈਰਾ ਹਾਂਜੀ ਟੋਟਲੀ ਵੱਖਰਾ, ਆਪਣੇ ਆਪ ਦੇ ਵਿੱਚ ਵੱਖਰੀ ਮੁਕੰਮਲ ਆ। ਹਾਂ ਪਹਿਲੀ ਲਾਈਨ ਜਿਹੜੀ ਆ ਜੋ ਕਹਿੰਦਾ ਨਾ, ਉਹ ਸੰਪੂਰਨ ਨਹੀਂ ਹੁੰਦੀ। ਹਾਂਜੀ। ਜਦੋਂ ਤੱਕ
ਦੂਜੀ ਲਾਈਨ ਨਹੀਂ ਦੂਜੀ ਪੜ੍ਹਨਾ। ਲਾਈਨ ਨਹੀਂ ਬਣਦੀ ਬਸ। ਹਾਂ ਜਦੋਂ ਪਹਿਲੀ ਲਾਈਨ ਨੇ ਸੈਂਸ ਉਦੋਂ ਬਣਾਉਣੀ ਆ ਹਾਂਜੀ। ਜਦੋਂ ਤੁਸੀਂ ਦੂਸਰੀ ਲਾਈਨ ਪੜ੍ਹਨੀ ਜਾਂ ਗਾਉਣੀ। ਪੜ੍ਹਨੀ ਆ ਬਿਲਕੁਲ। ਤੇ ਉਹ ਇੱਕ ਸਬਰ ਜਿਹੜਾ ਇਦਾਂ ਦੀਆਂ ਚੀਜ਼ਾਂ ਸਾਡੀ ਵਿੱਚ ਬਣਾਉਂਦੀਆਂ ਸੁਣਨਾ, ਤਾਂ ਹੀ ਕਹਿੰਦੇ ਆ ਵੀ ਬੜੀ ਠਰਮੇ ਨਾਲ ਸੁਣਨੀ ਪੈਂਦੀ ਗਜ਼ਲ। ਜਿੰਨੀ ਗਾਉਣੀ ਔਖੀ ਆ ਉਨੀ ਸੁਣਨੀ ਔਖੀ ਆ। ਇੱਕ ਮੈਂ ਕਿਹਾ ਜਗਜੀਤ ਸਿੰਘ ਨੇ ਗਾਈ ਆ, ਹਾਂਜੀ ਕਹਿੰਦਾ ਇੱਕ ਸਮੁੰਦਰ ਨੇ ਆਵਾਜ਼ दी, एक समुंदर ने आवाज दी, मुझे पानी पिला दीजिए। ਵਾਹ ਵਾਹ ਯਾਰ ਡੂੰਗੀਆਂ ਗੱਲਾਂ ਤਾਂ ਮੈਂ ਤਾਂ ਹੀ ਡੂੰਗੀਆਂ ਕਰਦਾ ਉਹਨਾਂ शाबाश शाबाश। ਹੁਣ ਮੈਨੂੰ ਇਹ ਨਾ ਪੁੱਛ ਵੀ ਨਪੋਲੀਅਨ ਬੋਨਾਪਾਰਟ ਕਦੋਂ ਹੋਇਆ। ਸਾਡੇ ਕੋਲ ਪਰੋਸ ਕੇ ਹੁਣ ਮਾੜਾ ਕੁ ਕਲਚਰ ਦੇਣ ਦੇ, ਨਹੀਂ ਤਾਂ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਇਹ ਅਸਲ ਕਲਚਰ ਇਹ ਅਸਲ ਇਹ ਸੀਗਾ। ਹੁਣ ਤਾਂ ਜੋ ਹੈ ਉਹ ਟਪੂ ਟਪੂ ਕਰਨ ਵਾਲੀ ਗੱਲ ਹੁਣ ਤਾਂ ਰੈਪ ਚੱਲਦੇ ਆ, ਰੈਪ ਚੱਲਦੇ ਆ, ਗਾਣੇ ਗੱਡੀ ਜਾਂਦੇ ਆ, ਮੈਨੂੰ ਤਾਂ ਇਹ ਗਾਣੀ ਗੱਲ ਰੈਪ ਨਾਲ ਉਹਦਾ ਮਿਲੀ ਦਾ ਡੀਜੀ ਨਾਲ ਉਹ ਅਮਲੀਆਂ ਤੇਰੇ ਮੇਰੇ ਸੁਣਨ ਵਾਲੇ ਨਹੀਂ, ਹਾਂ ਉਹਦੀ ਗਾਂ ਪੀੜੀਆਂ ਨਾ ਛੋਟੇ ਬੱਚੇ ਆ 18 20 ਸਾਲ ਦੇ 25 ਸਾਲ ਦੇ, ਉਹ ਸੁਣਦੇ ਆ। ਆਪਣੇ ਸਮਝ ਕਿੱਥੋਂ ਆਉਣੇ ਆ? ਭਈ ਸਾਨੂੰ ਮਾਰ ਲੈਣ ਦੇ ਨੇ ਫਿਰ ਚਲਾਣੇ। ਸਾਡੇ ਸਮੇਂ ਹੁੰਦਾ ਸੀ ਲੱਕ ਹਿੱਲੇ ਮਜਾਜਣ ਜਾਂਦੀ ਜਾਂਦੀ ਦਾ ਹੈਗੀ। ਮਤਲਬ ਜਾਂਦੇ ਜਾਂਦੇ ਉਹ ਆਪਣਾ ਰੈਪ ਵੀ ਮਾਰ ਕੇ ਬਹਿ ਜਾਣ। ਓ ਸਾਨੂੰ ਮਾਰ ਲੈਣ ਦੇ ਨੇ ਫਿਰ ਜੋ ਮਰਜ਼ੀ ਸੁਣੇ, ਸਾਡੇ ਲਈ ਚਲਾ ਦੇਣ। ਪਤਾ ਨਹੀਂ ਤੇ ਚਾਂਦੀ ਰਾਮ ਚਾਂਦੀ ਰਾਮ ਬਹੁਤ ਮਸ਼ਹੂਰ ਹੋਇਆ ਜੀ। ਉਹਦਾ ਹੁੰਦਾ ਸੀ ਗਾਣਾ, ਤਗੜੇ ਵੀ ਸੀ ਛੋਟੇ ਵੀ ਨਹੀਂ ਸੀ ਇੰਨੇ। ਹਾਂਜੀ ਬੱਗੀ ਬੱਗੀ ਕਣਕ ਦੇ ਮੰਡੇ ਮੈਂ ਪਕਾਨੀਆਂ, ਸ਼ਾਮੇ ਬਹਿ ਕੇ ਖਾਵਾਂਗੇ, ਦਿਲ ਕਰੂ ਮਕਲਾਵੇ ਕਹਿੰਦੇ ਵੀ ਜਾਵਾਂਗੇ। ਬਹੁਤ ਪੈਸੇ ਕਮਾਏ ਉਹਨੇ ਚਾਂਦੀ ਰਾਮ ਚਾਂਦੀ ਨੇ ਬਹੁਤ ਜ਼ਿਆਦਾ ਪੈਸੇ, ਪਰ ਉਸੇ ਸਪੀਡ ਦੇ ਨਾਲ ਗਵਾਏ ਵੀ ਕਹਿੰਦੇ ਉਹਨੇ ਹਨਾ ਵੀ ਇੰਨਾ ਮਕਬੂਲ ਸੀ ਚਾਂਦੀ ਰਾਮ ਚਾਂਦੀ, ਜਾਨੀ ਉਦੋਂ ਪੱਥਰ ਦੇ ਰਿਕਾਰਡ ਹੁੰਦੇ ਸੀ ਹਨਾ, ਤੇ ਉਹਨਾਂ ਵਿੱਚ ਉਹਦੀ ਸਰਦਾਰੀ ਸੀ ਪੂਰੀ ਚਾਂਦੀ ਰਾਮ ਚਾਂਦੀ ਦੀ। ਇੱਕ ਗਾਣਾ ਹੋਰ ਬੜਾ ਚੱਲਿਆ ਸੀ ਮਾਸਟਰਾ, ਨੈਣ ਪ੍ਰੀਤੋ ਦੇ ਬਹਿ ਜਾ ਬਹਿ ਜਾ ਕਹਿੰਦੇ ਤਾਇਆ, ਇਹ ਤਾਂ ਬੜਾ ਸੁਣਿਆ ਵੀ ਤਾਇਆ। ਸੁਣਿਆ ਇਦਾਂ ਆ ਵੀ ਦੇਖ ਲਾ, ਮੇਰੇ ਵਿਆਹ ਤੋਂ ਬਾਅਦ ਆਇਆ ਇਹ ਗਾਣਾ, ਹਾਂ ਤੇ ਜਦੋਂ ਵੱਜਣਾ ਨਾ ਸਪੀਕਰ ਤੇ ਤਾਂ ਪਿੰਡਾਂ 'ਚ ਲੜਾਈਆਂ ਹੋ ਗਈਆਂ, ਕਿਉਂ ਘਰਾਂ 'ਚ ਹੁੰਦੀਆਂ ਹੀ ਸੀ, ਕੁੜੀਆਂ ਪ੍ਰੀਤੋ ਤੋਂ ਹੁੰਦੀਆਂ ਹੀ ਸੀ। ਕਈ ਵਾਰੀ ਗਵਾਂਢੀਆਂ ਜਾਣ ਬੁੱਝ ਕੇ ਗਾਣਾ ਲਾਉਣਾ, ਨੈਣ ਪ੍ਰੀਤੋ ਦੇ ਬਹਿ ਜਾ ਕਰਦੇ, ਜਿਹੜੇ ਤੱਕ ਲੈਂਦੇ ਨਾ ਜਿਉਂਦੇ ਨਾ ਮਰਦੇ। ਕੋਈ ਸਬਰੀ ਦਾ ਇਹ ਬੜਾ ਮਸ਼ਹੂਰ ਹੋਇਆ ਸੀਗਾ, ਪਾਛੋ ਆ ਕੇ ਹਵੇਲੀਓਂ ਮੁੜ ਕੇ ਦਸੀਓ ਪਰਸਣਾ ਦਸੀਓ ਦਰਸਣਾ। ਬਹੁਤ ਚੱਲਿਆ ਸੀ ਉਹ ਵੀ, ਗਾਣੇ ਬਹੁਤ ਪੁਰਾਣੇ ਹੁੰਦੇ ਸੀ, ਪੁਰਾਣੀਆਂ ਗੱਲਾਂ ਯਾਦਾਂ ਰਹਿ ਗਈਆਂ ਬਈ, ਸਾਰੇ ਯਾਦਾਂ ਰਹਿ ਗਈਆਂ।